ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਪ ਹਜ਼ੂਰੀ ਵਿੱਚ ਜੁੜ ਬੈਠੇ ਹੋ। ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਹੀ ਅਦਬ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਹਾਨ ਕਿਰਪਾ ਹੋਈ। ਆਪ ਸਮੂਹ ਸੰਗਤਾਂ ਹੀ ਵਡਭਾਗੇ ਹੋ ਕਿ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰ ਕਹਿੰਦੇ ਬਿਨਾਂ ਭਾਗਾਂ ਤੋਂ ਇਹ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ। ਜੋ ਵਡਭਾਗੀ ਨੇ ਉਹ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਦੇ ਹਨ ਤੇ ਭਾਗਹੀਣ ਭ੍ਰਮ ਚੋਟਾਂ ਖਾਂਦੇ ਤੇ ਭਾਗਾਂ ਤੋਂ ਬਿਨਾਂ ਦਰ ਦਰ ਤੇ ਚੋਟਾਂ ਖਾਂਦੇ ਹਨ। ਸੋ ਸਤਿਗੁਰਾਂ ਦੀ ਮਹਾਨ ਕਿਰਪਾ ਜਾਂ ਸਤਿਗੁਰਾਂ ਦੇ ਬਚਨ ਵੀ ਨੇ, ਵਡਭਾਗੀ ਹਰ ਸੰਗਤ ਪਾਵਹਿ ਭਾਗਹੀਣ ਭ੍ਰਮ ਚੋਟਾਂ ਖਾਵਹਿ। ਬਿਨ ਭਾਗਾਂ ਸਾਧ ਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀਜੇ ਜੀ। ਇਸ ਤਰ੍ਹਾਂ ਕੋਈ ਮਨੁੱਖ ਵੀ ਕਹਿੰਦੇ ਉਹਨੇ ਮਨ 'ਚ ਸੋਚਣਾ ਕੀਤਾ ਕਿ ਉਸਦਾ ਮਿੱਤਰ ਸੀ, ਜੇ ਉਸਦਾ ਪੁੱਤ ਲਾ ਲਓ, ਬਹੁਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗ੍ਰਸਤਿਆ ਪਿਆ ਸੀ। ਸੋ ਉਸਨੇ ਆਪਣੇ ਪੁੱਤਰ ਨੂੰ ਭਾਵ ਮਿੱਤਰ ਨੂੰ ਸਮਝਾਉਣਾ ਕੀਤਾ ਕਿ ਇਸ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਕਿ ਤੂੰ ਅਕਾਲ ਪੁਰਖ ਦੇ ਨਾਮ ਦੇ ਨਾਲ ਜੋੜ। ਬੜੇ ਯਤਨ ਕੀਤੇ ਉਹਨੇ ਪਰਮੇਸ਼ਰ ਅਕਾਲ ਪੁਰਖ ਨੂੰ ਦੇ ਨਾਮ ਦੇ ਵਿੱਚ ਜੋੜਨ ਵਾਸਤੇ ਕਿ ਇਹ ਸੇਵਾ ਕਰਿਆ ਕਰੇ, ਇਹ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਨੂੰ ਜਪਿਆ ਕਰੇ, ਭਾਵ ਇਹਦੇ ਵਿੱਚ ਨਿਮਰਤਾ ਆਵੇ। ਇਹ ਰੱਬ ਨੂੰ ਯਾਦ ਨਹੀਂ ਕਰਦਾ। ਸੋ ਦੁਖੀ ਹੋਇਆ ਉਹਨੇ ਬੜੇ ਯਤਨ ਕੀਤੇ। ਆਖਰਕਾਰ ਉਸਨੇ ਕਿਸੇ ਸੰਤ ਮਹਾਂਪੁਰਸ਼ ਦੇ ਕੋਲ ਗਿਆ। ਇਹ ਮਹਾਰਾਜ ਵੀ ਫਰਮਾਉਂਦੇ ਨੇ ਕਿ ਜੇ ਕਿਸੇ ਨੂੰ ਉਸ ਕਾਲ ਪੁਰਖ ਦਾ ਰੰਗ ਲੱਗਣਾ ਹੈ ਤੇ ਉਸ ਦਾ ਨਾਮ ਜੇ ਜਪਣਾ ਤੇ ਉਹ ਸਤ ਸੰਗਤ ਦੀਆਂ ਘੜੀਆਂ ਹੀ ਹਨ ਕਿ ਜਿੱਥੋਂ ਪਰਮੇਸ਼ਰ ਕਾਲ ਪੁਰਖ ਦੇ ਨਾਮ ਦਾ ਰੰਗ ਲੱਗੇਗਾ, ਜਿੱਥੋਂ ਪਰਮੇਸ਼ਰ ਕਾਲ ਪੁਰਖ ਦਾ ਦਿਲ ਦੇ ਵਿੱਚ ਭੈ ਪੈਦਾ ਹੋਵੇਗਾ ਤੇ ਪਿਆਰ ਵੀ ਪੈਦਾ ਹੋਵੇਗਾ। ਸੋ ਇਹ ਸਤ ਸੰਗਤ ਦੀਆਂ ਘੜੀਆਂ ਹੀ ਐਸੀਆਂ ਹਨ, ਜਿਹੜਾ ਜੀਵ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਲਵੇ ਉਸ ਨੂੰ ਪਰਮੇਸ਼ਰ ਕਾਲ ਪੁਰਖ ਦਾ ਰੰਗ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸੋ ਆਪ ਬੜੇ ਭਾਗੇ ਹੋ, ਰੋਜ਼ ਦੀ ਤਰ੍ਹਾਂ ਆਪ YouTube ਚੈਨਲ ਤੇ ਵੀ ਕਥਾ ਵਿਚਾਰ ਸਰਵਣ ਕਰਦੇ ਹੋ, ਇੱਥੇ ਵੀ ਬੈਠ ਕੇ ਆਪ ਸਰਵਣ ਕਰਦੇ ਹੋ। ਸਤਿਗੁਰਾਂ ਦੀ ਮਹਾਨ ਕਿਰਪਾ ਹੈ, ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਤਾਂ ਸਤਿਗੁਰ ਕਹਿੰਦੇ ਹਨ ਕਿ ਵਡਭਾਗੀ ਹਰ ਸੰਗਤ ਪਾਵੇ ਤੇ ਬਿਨਾਂ ਭਾਗਾਂ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀਜੇ ਜੀ। ਬਿਨਾਂ ਭਾਗਾਂ ਤੋਂ ਨਾ ਸੇਵਾ ਲੱਭਦੀ ਆ ਗੁਰੂ ਘਰ ਦੀ ਤੇ ਨਾ ਹੀ ਸਤਿਗੁਰ ਕਹਿੰਦੇ ਹਨ ਕਿ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ। ਭਾਗਾਂ ਵਾਲੇ ਹੋ। ਆਓ ਸਤਿਗੁਰਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ ਗੁਰਬਾਣੀ ਉਚਾਰਨ ਕੀਤੀ, ਉਸ ਦੀ ਅਸੀਂ ਕਥਾ ਵਿਚਾਰ ਸਰਵਣ ਕਰ ਰਹੇ ਹਾਂ। ਸੋ ਸਤਿਗੁਰਾਂ ਨੇ ਕਿਰਪਾ ਕੀਤੀ ਆ ਦੂਸਰੀ ਪੌੜੀ 10ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਆਪ ਜੀ ਨੇ ਸਰਵਣ ਕੀਤੀ। ਆਓ ਤੀਸਰੀ ਪੌੜੀ ਦੇ ਵਿੱਚ ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਕੀ ਸਾਨੂੰ ਸਮਝਾਉਣਾ ਕਰ ਰਹੇ ਨੇ, ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਸਿੱਧ ਜਤੀ ਜੋਗੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਵੇਂ ਸਤਿਗੁਰਾਂ ਨੇ ਸਾਨੂੰ ਪਿਛਲੀ ਦੂਸਰੀ ਪੌੜੀ ਦੇ ਵਿੱਚ ਸਮਝਾਉਣਾ ਕੀਤਾ ਸੀ ਕਿ ਕਰੋੜਾਂ ਐਸੇ ਜੀਵ ਨੇ ਜਿਹੜੇ ਅਭਿਮਾਨੀ ਨੇ, ਅਗਿਆਨੀ ਨੇ, ਕਿ ਭਾਵ ਵੀ ਹੰਕਾਰ ਦੇ ਵਿੱਚ ਫਿਰਦੇ ਸਨ। ਕਰੋੜਾਂ ਹੀ ਐਸੇ ਸਨ ਜਿਹੜੇ ਸੂਮ ਨੇ, ਕਿਰਪਣ ਨੇ, ਕਠੋਰ ਨੇ। ਕਰੋੜਾਂ ਹੀ ਐਸੇ ਸਨ ਜਿਹੜੇ ਪਰਾਏ ਧਨ ਨੂੰ ਚੁਰਾ ਰਹੇ ਨੇ। ਕਰੋੜਾਂ ਹੀ ਐਸੇ ਸਨ ਜਿਹੜੇ ਸਰਮ ਭਾਵ ਦੀ ਮਿਹਨਤ ਕਰ ਰਹੇ ਨੇ, ਤੇ ਕਰੋੜਾਂ ਐਸੇ ਨੇ ਜਿਹੜੇ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਭਰਮੇ ਹੋਏ ਨੇ।
ਤੇ ਸਤਿਗੁਰ ਕਿਰਪਾ ਕਰ ਰਹੇ ਨੇ। ਤੇ ਅੱਜ ਹੁਣ ਤੀਸਰੀ ਅਸ਼ਟਪਦੀ ਦੇ ਤੀਸਰੀ ਪੌੜੀ ਦੇ ਵਿੱਚ ਤੇ ਸਤਿਗੁਰ ਫਰਮਾ ਰਹੇ ਨੇ ਕਿ ਕਰੋੜਾਂ ਐਸੇ ਵੀ ਜੀਵ ਹਨ, ਐਸੇ ਵੀ ਮਨੁੱਖ ਹਨ ਕਿ ਜਿਹੜੇ ਸਿੱਧ ਜਤੀ ਜੋਗੀ ਨੇ। ਕਈ ਕੋਟ ਸਿੱਧ ਜਤੀ ਜੋਗੀ ਸਤਿਗੁਰ ਕਿਰਪਾ ਕਰਦੇ ਹਨ ਕਿ ਕਰੋੜਾਂ ਹੀ ਐਸੇ ਵੀ ਮਨੁੱਖ ਹਨ ਜਿਹੜੇ ਸਿੱਧ ਨੇ, ਜਤੀ ਨੇ, ਜੋਗੀ ਨੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਿੱਧ ਜਤੀ ਜੋਗੀ ਉਹਨਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਭਾਵ ਕਿ ਵਿਆਹ ਨਹੀਂ ਕਰਾਉਂਦੇ, ਆਨੰਦ ਕਾਰਜ ਨਹੀਂ ਕਰਾਉਂਦੇ, ਕਿ ਭਾਵ ਕਾਮ ਨੂੰ ਵਾਸ ਦੇ ਵਿੱਚ ਕਰਕੇ ਰੱਖਦੇ ਹਨ। ਸੋ ਸਤਿਗੁਰੂ ਇੱਥੇ ਕਿਰਪਾ ਕਰਦੇ ਨੇ, ਕਰੋੜਾਂ ਹੀ ਐਸੇ ਵੀ ਪੁਰਖ ਹਨ ਜਿਹੜੇ ਸਿੱਧ ਜਤੀ ਜੋਗੀ ਹਨ, ਕਾਮ ਨੂੰ ਵਾਸ ਚ ਕਰਨ ਵਾਲੇ ਹਨ। ਕਈ ਕੋਟ ਰਾਜੇ ਰਸ ਭੋਗੀ, ਤੇ ਕਰੋੜਾਂ ਹੀ ਐਸੇ ਹਨ ਜਿਹੜੇ ਰਾਜੇ ਮਹਾਰਾਜੇ ਨੇ, ਭਾਵ ਉਹ ਰਸਾਂ ਕਸਾਂ ਦੇ ਵਿੱਚ ਭੋਗ ਰਹੇ ਹਨ। ਕਈ ਕੋਟ ਪੰਖੀ ਸਰਪ ਪਾਏ, ਤੇ ਕਰੋੜਾਂ ਹੀ ਸਤਿਗੁਰ ਕਿਰਪਾ ਕਰਦੇ ਨੇ ਕਿ ਪੰਖੀ ਭਾਵ ਕਿ ਪੰਛੀ ਤੇ ਸੱਪ ਪ੍ਰਭੂ ਨੇ ਪੈਦਾ ਕੀਤੇ ਹੋਏ ਨੇ, ਉਪਾਏ ਦਾ ਅਰਥ ਕਿ ਪੈਦਾ ਕੀਤੇ ਹੋਏ ਹਨ। ਕਈ ਕੋਟ ਪਾਥਰ ਬਿਰਖ ਨਿਪਜਾਏ, ਅਤੇ ਕਰੋੜਾਂ ਹੀ ਪਰਮੇਸ਼ਰ ਕਾਲ ਪੁਰਖ ਨੇ ਪੱਥਰ ਪੈਦਾ ਕੀਤੇ ਨੇ, ਰੁੱਖ ਵੀ ਉਗਾਏ ਹਨ। ਕਈ ਕੋਟ ਪਵਨ ਪਾਣੀ ਬੈਸੰਤਰ, ਤੇ ਕਰੋੜਾਂ ਹੀ ਸਤਿਗੁਰ ਕਹਿੰਦੇ ਹਨ ਕਿ ਪਵਨ ਪਾਣੀ ਬਸੰਤਰ, ਹਵਾ ਪਾਣੀ ਦੇ ਅੱਗਾਂ ਹਨ, ਕਰੋੜਾਂ ਹੀ ਇਹ ਪਾਣੀ ਬਸੰਤਰ ਹਨ। ਕਈ ਕੋਟ ਦੇਸ ਭੂ ਮੰਡਲ, ਕਰੋੜਾਂ ਹੀ ਸਤਿਗੁਰੂ ਕਹਿੰਦੇ ਨੇ ਕਿ ਦੇਸ਼ ਦੇ ਧਰਤੀਆਂ ਦੇ ਚੱਕਰ ਹਨ। ਕਈ ਕਰੋੜਾਂ ਹੀ ਚੰਦਰਮਾ ਸੂਰਜ ਵੀ ਹਨ। ਇਸ ਕਰਕੇ ਸਤਿਗੁਰ ਅੱਗੇ ਸਮਝਾ ਰਹੇ ਹਨ। ਕਈ ਕੋਟ ਸਸਿਅਰ ਸੂਰ ਨਖੱਤਰ, ਗੁਰੂ ਪਿਆਰੀ ਸਾਧ ਸੰਗਤ ਜੀਓ, ਸਸਿਅਰ ਦਾ ਅਰਥ ਹੈ ਚੰਦਰਮਾ, ਸੂਰ ਦਾ ਅਰਥ ਹੈ ਸੂਰਜ, ਨਖਿਆਤਰ ਦਾ ਅਰਥ ਹੈ ਤਾਰੇ। ਭਾਵ ਸਤਿਗੁਰ ਸਮਝਾਉਂਦੇ ਹਨ ਕਿ ਕਰੋੜਾਂ ਹੀ ਕਰੋੜਾਂ ਹੀ ਚੰਦਰਮਾ ਹਨ, ਕਰੋੜਾਂ ਹੀ ਸੂਰਜ ਹਨ ਤੇ ਕਰੋੜਾਂ ਹੀ ਤਾਰੇ ਹਨ। ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਕਰੋੜਾਂ ਹੀ ਦੇਵਤੇ ਇੰਦਰ ਹਨ ਜਿਨ੍ਹਾਂ ਦੇ ਸਿਰ ਉਤੇ ਛਤਰ ਹਨ। ਕਈ ਸਗਲ ਸਮਗਰੀ ਆਪਣਾ ਸੂਤ ਧਾਰੈ, ਸਤਿਗੁਰ ਕਿਰਪਾ ਕਰਦੇ ਨੇ ਇਹਨਾਂ ਸਾਰੇ ਜੀਆਂ ਜਨਤਾ ਤੇ ਪਦਾਰਥਾਂ ਨੂੰ ਪ੍ਰਭੂ ਨੇ ਆਪਣੇ ਹੁਕਮ ਦੇ ਧਾਗੇ ਵਿੱਚ ਪਰੋਇਆ ਹੋਇਆ ਹੈ। ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਸਤਿਗੁਰ ਜੀ ਕਥਨ ਕਰਦੇ ਹਨ ਆਖਰੀ ਪੰਕਤੀ ਦੇ ਵਿੱਚ ਕਿ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ। ਪ੍ਰਭੂ ਪਰਮੇਸ਼ਰ ਅਕਾਲ ਪੁਰਖ ਨੂੰ, ਕਿਉਂਕਿ ਕਰੋੜਾਂ ਹੀ ਪੱਥਰ ਹਨ, ਕਰੋੜਾਂ ਹੀ ਸਤਿਗੁਰ ਕਹਿੰਦੇ ਹਨ ਸੂਰਜ ਨੇ, ਕਰੋੜਾਂ ਹੀ ਬਸੰਤਰ ਪਵਨ ਪਾਣੀ ਬਸੰਤਰ ਨੇ, ਕਰੋੜਾਂ ਹੀ ਜਤੀ ਜੋਗੀ ਨੇ। ਤੇ ਪਿੱਛੇ ਵੀ ਅਸੀਂ ਦੂਸਰੀ ਪੌੜੀ ਵਿੱਚ ਸਰਵਣ ਕਰਕੇ ਆਏ ਹਾਂ ਕਿ ਕਈ ਲੋਭੀ ਨੇ, ਹੰਕਾਰੀ ਨੇ, ਸੂਮ ਨੇ, ਕੰਜੂਸ ਨੇ। ਇਸ ਤਰ੍ਹਾਂ ਸਤਿਗੁਰ ਇੱਥੇ ਕਿਰਪਾ ਕਰ ਰਹੇ ਹਨ ਤੀਸਰੀ ਪੌੜੀ ਦੀ ਆਖਰੀ ਪੰਕਤੀਆਂ ਵਿੱਚ ਕਿ ਨਾਨਕ ਜਿਸ ਜਿਸ ਭਾਵ। ਤੇ ਜਿਹਨੂੰ ਪਰਮੇਸ਼ਰ ਅਕਾਲ ਪੁਰਖ ਨੂੰ ਜਿਹੜਾ ਜੀਵ ਜਿਹੜਾ ਹੀ ਆ ਕੁਦਰਤ ਦੇ ਵਿੱਚ ਪਵਨ ਪਾਣੀ ਬਸੰਤਰ ਸੂਰਜ ਨੇ, ਇਹ ਸਤਿਗੁਰਾਂ ਨੂੰ ਭਾ ਜਾਣਦੇ ਤਿਸ ਤਿਸ ਨਿਸਤਾਰੇ। ਸਤਿਗੁਰ ਕਹਿੰਦੇ ਕਿ ਅਕਾਲ ਪੁਰਖ ਉਹਨਾਂ ਨੂੰ ਹੀ ਤਾਰਨਾ ਕਰਦਾ ਹੈ। ਭਾਵ ਉਹ ਜੀਵ ਨੇ, ਭਾਵੇਂ ਬ੍ਰਹਿਮੰਡ ਹੈ, ਭਾਵੇਂ ਉਹ ਇੱਥੇ ਬ੍ਰਿਸ਼ ਨੇ, ਭਾਵ ਰੁੱਖ ਦਰਖਤ ਨੇ, ਇਹ ਵੀ ਆਪੋ ਆਪਣੀ ਜੂਨਾ ਹੰਢਾ ਰਹੇ ਨੇ। ਸਤਿਗੁਰ ਕਿਰਪਾ ਕਰਦੇ ਨੇ ਕਿ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਕਿ ਜਿਸ ਜਿਸ ਭਾਵੇ, ਜਿਸ ਜਿਸ ਪਰਮੇਸ਼ਰ ਕਾਲ ਪੁਰਖ ਦੇ ਮਨ ਨੂੰ ਭਾ ਜਾਵੇ, ਸੋ ਉਹ ਉਸ ਨੂੰ ਹੀ ਸੰਸਾਰ ਸਮੁੰਦਰ ਤੋਂ ਤਾਰਦੇ ਨੇ, ਭਾਵ ਕਿ ਸਮੁੰਦਰ ਤੋਂ ਪਾਰ ਕਰਦੇ ਹਨ। ਸੋ ਸਤਿਗੁਰਾਂ ਨੇ ਕਿਰਪਾ ਕੀਤੀ। ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ 10ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਵੀ ਆਪ ਸਮੂਹ ਸੰਗਤਾਂ ਨੇ ਸਰਵਣ ਕੀਤੀ। ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ, ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ। ਆਓ ਆਖਰੀਆਂ ਪੰਕਤੀਆਂ ਦੀ ਜਾਪ ਕਰਕੇ ਸਮਾਪਤੀ ਕਰਦੇ ਹਾਂ। ਸਗਲ ਸਮਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਸਗਲ ਸਮਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।